सूबा ਸਕੱਤਰ ਸੀ सूबा ਸਕੱਤਰ ਸੀ ਤੇ मैं पिछले हफ्ते अपना अस्तीफा जो है पार्टी प्रधान सुनील जाखड़ जी ਨੂੰ ਉਹਨਾਂ ਦੇ ਨਾਲ ਟੈਲੀਫੋਨ ਤੇ ਗੱਲ ਕਰਕੇ ਉਹਨਾਂ ਨੂੰ ਭੇਜ ਚੁੱਕੇ। ਰੀਜਨ देखो पिछले 4 साल तो मैं कांग्रेस पार्टी ਦੇ ਵਿੱਚ ਸੀ। कांग्रेस पार्टी ਦੀਆਂ ਵੀ ਨੀਤੀਆਂ ਤੇ ਲੋਕਲ ਆਗੂ ਦੀਆਂ ਜਿਹੜੀਆਂ ਗਲਤ ਨੀਤੀਆਂ ਸੀ ਜਿਨ੍ਹਾਂ ਕਰਕੇ मैं पार्टी ਦੇ ਵਿੱਚ ਸ਼ਾਮਲ ਹੋਇਆ ਸੀ ਉਹ ਸਾਰੀਆਂ ਗਲਤ ਨੀਤੀਆਂ ਇੱਥੋਂ ਤੱਕ ਕਿਸੇ ਵਰਕਰ ਦੀ ਕੋਈ ਕਦਰ ਨਹੀਂ, ਕਿਸੇ ਵਰਕਰ ਦੀ ਕੋਈ ਕੀਮਤ ਨਹੀਂ ਹੈ, ਕਿਸੇ ਦੀ ਕੋਈ ਪੁੱਛ ਨਹੀਂ, ਕਿਸੇ ਦੀ ਦੱਸ ਨਹੀਂ, ਕਿਸ ਤਰੀਕੇ ਦੇ ਨਾਲ ਕੋਈ ਪ੍ਰਧਾਨ ਬਣਾਤਾ ਕੋਈ ਹਟਾਤਾ। ਮਤਲਬ ਇਸ ਤਰ੍ਹਾਂ ਦੇ ਜੋ ਗੱਲਾਂ ਸੀ ਜੋ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਗੱਲਾਂ ਤੋਂ ਮੈਂ ਦੁਖੀ ਹੋ ਕੇ ਇਸ ਪਾਰਟੀ ਤੋਂ ਅਸਤੀਫਾ। ਵਕੀਲ ਸਾਹਿਬ ਪਾਰਟੀ ਉਹਦੇ ਤੱਕ ਪਾਰਟੀ ਛੱਡੀ ਗਈ ਹੈ ਜੀ? ਪਾਰਟੀ ਵੀ ਛੱਡੀ ਗਈ ਹੈ? ਹਾਂ ਛੱਡੀ। ਵਕੀਲ ਸਾਹਿਬ ਤੁਸੀਂ ਜਿਹੜੇ ਆਜ਼ਾਦ ਉਮੀਦਵਾਰ ਖੜੇ ਕੀਤੇ ਨੇ ਜਾਂ ਕਿਸੇ ਪਾਰਟੀ ਦਾ ਸਮਝੌਤਾ ਹੋਣ ਦੇ ਕੋਈ ਸਟਾਰ ਹੈਗੇ ਨੇ ਕਿਸੇ ਪਾਰਟੀ ਨਾਲ ਹੋਰ ਪਾਰਟੀਆਂ ਨਾਲ? ਅਸੀਂ ਲਹਿਰਾ ਗਾਗਾ ਵਿਕਾਸ ਮੰਚ ਬਣਾਇਆ ਜਿਸ ਦੇ ਵਿੱਚ ਪਾਰਟੀਬਾਜ਼ੀ ਦਾ ਕੋਈ ਮਤਲਬ ਨਹੀਂ। ਜੇ ਕਿਸੇ ਪਾਰਟੀ ਦਾ ਕੋਈ ਸਹੀ ਕੈਂਡੀਡੇਟ ਜਿਹੜਾ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਹੈ ਕਿ ਸਾਡੇ ਕੈਂਡੀਡੇਟ ਬੈਠੇ ਆ, ਕੋਈ ਇਹ ਕਹਿੰਦਾ ਇੱਕ ਥਾਪੜ ਕੇ ਕਿ ਮੈਂ ਲੋਕਾਂ ਦੀ ਸੇਵਾ ਕਰਾਂਗਾ, ਲੋਕਾਂ ਦੇ ਕੰਮ ਆਊਂਗਾ, ਰੋਜ਼ ਵਿਕਾਂਗਾ ਨਹੀਂ ਤੇ ਸਹੀ ਮਾਇਨੇ ਦੇ ਵਿੱਚ ਕੋਈ ਸੇਵਾ ਕਰਨ ਲਈ ਤਿਆਰ ਅਸੀਂ ਉਹਦਾ ਵੀ ਸਮਰਥਨ ਕਰਦੇ ਹਾਂ। ਕਿਹਾ ਜਾ ਰਿਹਾ ਵੀ ਕਾਂਗਰਸ ਤੋਂ ਬਿਨਾਂ ਕਿਸੇ ਵੀ ਪਾਰਟੀ ਲਵੇ ਜਾਂ ਤੁਹਾਡੇ ਕੋਲੇ ਪ੍ਰੋਪਰ ਕੈਂਡੀਡੇਟ ਨਹੀਂ 15 ਦੇ 15 ਇਹਦੇ ਬਾਰੇ ਕੀ ਕਹਿਣਾ? ਇਹ ਤਾਂ ਦੇਖੋ ਤੁਸੀਂ 11 ਕੈਂਡੀਡੇਟ ਤੁਹਾਡੇ ਸਾਹਮਣੇ ਬੈਠੇ ਆ, 4 ਕੈਂਡੀਡੇਟ ਅਸੀਂ ਕੱਲ੍ਹ ਜਾਂ ਪਰਸੋਂ ਦੱਸ ਦਿਆਂਗੇ। ਪਰ ਜਿੱਥੇ ਤੱਕ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਨੂੰ ਪੁੱਛ ਲਓ ਕਿੱਥੋਂ ਇੰਪੋਰਟ ਕਰਕੇ ਲਿਆ ਰਹੇ ਨੇ, ਪਿੰਡਾਂ ਦੇ ਵਿੱਚੋਂ ਇੰਪੋਰਟ ਕਰਕੇ ਲਿਆਂਦੇ ਜਾ ਰਹੇ ਨੇ ਕੈਂਡੀਡੇਟ ਤੇ ਉਹੀ ਲੋਕ ਸਾਨੂੰ ਕਹਿਣ, ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ। ਮਿਸ਼ਨ ਕੀ ਹੈ ਤੁਹਾਡਾ ਲਹਿਰਾ ਗਾਗਾ ਵਿਕਾਸ ਮੰਚ ਬਣਾਉਣ ਦਾ? ਪਾਰਟੀ ਛੱਡਣ ਦਾ ਕਾਰਨ ਕੀ ਹੈ, ਕਿਉਂ ਬਣਾਉਣਾ ਪਿਆ? ਇਹ ਇਸ ਲਈ ਬਣਾਉਣਾ ਪਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜੋ ਨਗਰ ਕੌਂਸਲ ਦੇ ਵਿੱਚ ਹੋ ਰਿਹਾ, ਤੁਸੀਂ ਮੈਨੂੰ ਜ਼ਿਆਦਾ ਜਾਣਦੇ ਆ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਵਿਕਾਸ ਨਾਂ ਦਾ ਕੋਈ ਕੰਮ ਨਹੀਂ ਹੈ, ਕੋਈ ਚੀਜ਼ ਨਹੀਂ ਹੈ, ਕਿਸੇ ਦੀ ਕੋਈ ਸੁਣਵਾਈ ਨਹੀਂ, ਖਾਸ ਤੌਰ ਤੇ ਕਿਸੇ ਐਮਸੀ ਦੀ ਕੋਈ ਸੁਣਵਾਈ ਨਹੀਂ। ਉਹ ਸੁਣਵਾਈ ਕਿਉਂ ਨਹੀਂ ਹੈ? ਐਮਸੀਆਂ ਦੀ ਇੱਛਾ ਦੇ ਮੁਤਾਬਕ ਤਾਂ ਪ੍ਰਧਾਨ ਨਹੀਂ ਬਣਦਾ, ਪ੍ਰਧਾਨ ਚੰਡੀਗੜ੍ਹ ਜਾ ਕੇ ਬਣਦਾ, ਕਿਸ ਤਰੀਕੇ ਨਾਲ ਬਣਦਾ ਇਹ ਵੀ ਤੁਸੀਂ ਜਾਣਦੇ ਹੋ। ਤੇ ਜਦੋਂ ਪ੍ਰਧਾਨ ਧੱਕੇ ਨਾਲ ਬਣਾਏ ਜਾਂਦੇ ਆ, ਐਮਸੀ ਨੂੰ ਕੋਈ ਪੁੱਛਦਾ ਨਹੀਂ, ਤਾਂ ਵਾਰਡਾਂ ਦੇ ਕੋਈ ਕੰਮ ਨਹੀਂ ਹੁੰਦੇ, ਲੋਕ ਦੁਖੀ ਹੋਏ ਪਏ ਆ। ਸੋ ਇਹਨਾਂ ਕਾਰਨਾਂ ਕਰਕੇ ਕਿ ਲੋਕਾਂ ਨੂੰ ਸਹੀ ਕੰਮ ਮਿਲੇ, ਸਹੀ ਇਨਸਾਫ ਮਿਲੇ, ਲੋਕਾਂ ਦੇ ਸਹੀ ਨਗਰ ਕੌਂਸਲ ਦੇ ਨਾਲ ਸੰਬੰਧਿਤ ਜੋ ਕੰਮ ਨੇ ਉਹ ਸਹੀ ਢੰਗ ਦੇ ਨਾਲ ਹੋਣ। ਕਿਉਂਕਿ ਮੈਂ ਸਮਝਦਾ ਕਿ ਇਹ ਜੋ ਨਗਰ ਕੌਂਸਲ ਦਾ ਕੰਮ ਹੈ ਰਾਜਨੀਤਿਕ ਕੰਮ ਹੈ ਹੀ ਨਹੀਂ, ਇਹ ਆਪਸੀ ਭਾਈਚਾਰਕ ਸਾਂਝ ਦਾ ਕੰਮ ਹੈ, ਇਹ ਲੋਕਲ ਲੈਵਲ ਦਾ ਕੰਮ ਹੈ। ਲੋਕਲ ਲੈਵਲ 'ਤੇ ਜਿਵੇਂ ਅਸੀਂ ਸੋਚਿਆ ਕਿ ਲੋਕਲ ਪ੍ਰਧਾਨ ਤੇ ਮੈਂਬਰ ਜੋ ਸਾਡਾ ਮਿਸ਼ਨ ਹੈ, ਅਗਰ ਸਾਨੂੰ ਸਮਾਂ ਦਿੱਤਾ ਲੋਕਾਂ ਨੇ, ਵੈਸੇ ਮੈਨੂੰ ਪੂਰਨ ਵਿਸ਼ਵਾਸ ਹੈ ਕਿਉਂਕਿ ਨਗਰ ਕੌਂਸਲ ਦੇ ਇਲੈਕਸ਼ਨ ਦੇ ਵਿੱਚ ਹਮੇਸ਼ਾ ਲੋਕਾਂ ਨੇ ਸਾਡਾ ਸਾਥ ਦਿੱਤਾ। ਮੈਂ 1993 ਦੀ ਗੱਲ ਕਰਾਂ, 1993 ਦੇ ਵਿੱਚ 11 ਵਾਰਡ ਹੁੰਦੇ ਸੀ, ਅਸੀਂ ਰਾਜਨੀਤੀ ਦੇ ਵਿੱਚ ਵੀ ਨਵੇਂ ਸੀ, ਸਾਡੇ 'ਤੇ ਲੋਕਾਂ ਨੇ ਵਿਸ਼ਵਾਸ ਕੀਤਾ, ਉਸ ਸਮੇਂ ਦੀ ਸਰਕਾਰ ਤੇ ਆਗੂਆਂ 'ਤੇ ਵਿਸ਼ਵਾਸ ਨਹੀਂ ਕੀਤਾ। 11 ਵਾਰਡਾਂ ਦੇ ਵਿੱਚੋਂ 7 ਵਾਰਡ ਸਾਡੇ ਜਿੱਤੇ, ਔਰ ਉਹਨਾਂ ਸਮੇਂ ਜੋ ਧੱਕਾ ਹੋਇਆ ਉਹਦੀ ਆਵਾਜ਼ ਪਾਰਲੀਮੈਂਟ 'ਚ ਵੀ ਕੀਤੀ ਗਈ, ਮਦਨ ਲਾਲ ਖਰਾਣਾ ਜੀ ਨੇ ਕੀਤੀ। ਹਮੇਸ਼ਾ ਸਾਡਾ ਸਾਥ ਦਿੱਤਾ ਜਦ ਵੀ ਅਸੀਂ ਮਿਊਨਿਸਪੈਲਿਟੀ ਦੇ ਉਸ ਦੇ ਵਿੱਚ ਆਏ ਹਾਂ। ਅਤੇ ਹੁਣ ਵੀ ਅਸੀਂ ਇਹ ਸੋਚ ਲੈ ਕੇ ਚੱਲੇ ਹਾਂ ਕਿ ਨਗਰ ਕੌਂਸਲ ਦਾ ਅਗਰ ਲੋਕਾਂ ਨੇ ਸਾਡਾ ਸਹੀ ਸਾਥ ਦਿੱਤਾ, ਮੈਨੂੰ ਪੂਰਨ ਉਮੀਦ ਹੈ ਕਿ ਸਾਥ ਦੇਣਗੇ, ਤਾਂ ਕਿਸੇ ਵੀ ਬੰਦੇ ਨੂੰ ਨਗਰ ਕੌਂਸਲ ਦੇ ਕੰਮ ਦੇ ਸੰਬੰਧ ਦੇ ਵਿੱਚ ਨਗਰ ਕੌਂਸਲ ਜਾਣ ਦੀ ਜ਼ਰੂਰਤ ਨਹੀਂ ਪਏਗੀ। ਸਾਡਾ ਪ੍ਰਧਾਨ, ਸੰਬੰਧਿਤ ਵਾਰਡ ਦਾ ਐਮਸੀ, ਸਾਰਾ ਸਟਾਫ ਵਾਰਡ ਦੇ ਵਿੱਚ ਬੈਠਣਗੇ, ਜਾ ਕੇ ਸਮਾਂ ਤੇ ਸਥਾਨ ਨਿਸ਼ਚਿਤ ਕੀਤਾ ਜਾਊਗਾ ਤੇ ਉੱਥੇ ਬੈਠ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਤੁਰੰਤ ਉਹਨਾਂ ਦਾ ਹੱਲ ਕੀਤਾ ਜਾਊਗਾ। ਜਿਵੇਂ ਤਜੀਬੀ ਪਟਲੇ ਤੇ ਬੈਠੇ ਨੇ, ਕੀ ਤੁਹਾਨੂੰ ਲੱਗਦਾ ਵੀ ਚੋਣਾਂ ਵਿੱਚ ਪ੍ਰਸ਼ਾਸਨ ਵੱਲੋਂ ਕੋਈ ਨਿਰਪੱਖ ਚੋਣਾਂ ਕਰਵਾਈਆਂ ਜਾਣਗੀਆਂ ਇਹਨੂੰ ਲੈ ਕੇ? ਦੇਖੋ, ਪ੍ਰਸ਼ਾਸਨ ਵੱਲੋਂ ਜਿੰਨਾ ਧੱਕਾ ਕੀਤਾ ਜਾ ਰਿਹਾ ਉਹ ਸਾਰਿਆਂ ਦੇ ਸਾਹਮਣੇ।
ਇੱਥੋਂ ਤੱਕ ਕਿ ਐਨਓਸੀਆਂ ਲੈਣ ਪਿੱਛੇ ਵੀ ਜਿਹੜੇ ਕਾਂਗਰਸ ਦੇ ਵਿਰੋਧੀ ਨੇ, ਸਾਡੇ ਉਮੀਦਵਾਰ ਨੇ ਜਾਂ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੇ, ਅਸੀਂ ਇਸ ਸੰਬੰਧ ਦੇ ਵਿੱਚ ਐਸਡੀਐਮ ਨੂੰ ਵੀ ਮਿਲੇ ਸੀ, ਮੰਗ ਪੱਤਰ ਵੀ ਦਿੱਤਾ ਸੀ। ਐਨਓਸੀਆਂ ਲੈਣ ਲਈ ਤੰਗ ਕੀਤਾ ਜਾ ਰਿਹਾ ਹੈ। ਵਿਕਾਸ ਕਾਰਜਾਂ ਦੀ ਜਿਹੜੀ ਗੱਲ ਕਰਦੇ ਆ, ਚਾਹੀਦੇ ਤਾਂ ਇਹ ਸੀ ਕਿ ਵਿਕਾਸ ਕਾਰਜ ਪਹਿਲਾਂ ਕਰਵਾਏ ਜਾਂਦੇ। ਵਿਕਾਸ ਕਾਰਜ ਪਹਿਲਾਂ ਕਰਵਾਏ ਨਹੀਂ। ਹੁਣ ਕਹਿੰਦੇ ਇਹ ਨੇ ਕਿ ਟੈਂਡਰ ਪਹਿਲਾਂ ਲੱਗੇ ਹੋਏ ਥੇ। ਜੇ ਟੈਂਡਰ ਪਹਿਲਾਂ ਲੱਗੇ ਤੇ ਪਹਿਲਾਂ ਕੰਮ ਕਿਉਂ ਨਹੀਂ ਹੋਏ? ਪਰ ਚਲੋ, ਦੇਰ ਆਏ ਦਰੁਸਤ ਆਏ। ਅਸੀਂ ਵਿਕਾਸ ਦੇ ਹਾਮੀ ਹਾਂ, ਵਿਕਾਸ ਹੋਣਾ ਚਾਹੀਦਾ ਹੈ, ਪਰ ਜਿਹੜਾ ਤਰੀਕੇ ਨਾਲ ਵਿਕਾਸ ਹੋ ਰਿਹਾ, ਇਸ ਤਰ੍ਹਾਂ ਦੇ ਵਿਕਾਸ ਦੇ ਅਸੀਂ ਹਾਮੀ ਨਹੀਂ। ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਹਰ ਗੱਲ ਤੇ ਕਹਿੰਦੇ ਨੇ ਕੋਠੀ 'ਚੋਂ ਫੋਨ ਕਰਾਓ। ਜੇ ਕਿਸੇ ਦੇ 4 ਇੰਟਰਲੋਕ ਟੈਲਾਂ ਲੱਗਣੀਆਂ ਨੇ, ਇੱਕ ਦਾ ਘਰ ਛੱਡ ਦਿੰਦੇ ਨੇ, ਦੂਜੇ ਮੂਹਰੇ ਲਾ ਆਉਂਦੇ ਆ, ਫਿਰ ਉਹ ਕਹਿੰਦੇ ਸਾਨੂੰ ਉੱਥੋਂ ਫੋਨ ਕਰਾਓ। ਇਸ ਤਰ੍ਹਾਂ ਦਾ ਜੋ ਵਿਕਾਸ ਹੋ ਰਿਹਾ, ਸਾਰਾ ਗਲਤ ਹੋ ਰਿਹਾ। ਸਰ, ਤੁਸੀਂ ਲਹਿਰਾ ਦਾ ਵਿਕਾਸ ਮੰਚ ਬਣਾ ਲਿਆ, ਇਹਨਾਂ ਬਟਵੀਨ ਅੱਜ ਪਤਾ ਲੱਗ ਜਾਏਗਾ, ਸਭ ਨੂੰ ਕੈਂਡੀਡੇਟ ਖੜੇ ਕਰਤੇ, ਕੋਈ ਪਾਰਟੀਆਂ ਲਵੇ ਕੈਂਡੀਡੇਟ ਨਹੀਂ, ਕੋਈ ਚਾਂਸ ਹੈਗਾ ਕਿਸੇ ਨਾਲ ਅਲਾਈਅੰਸ ਦੇ, ਕਿਸੇ ਪਾਰਟੀ ਦੀ ਤੁਸੀਂ ਸਪੋਰਟ ਲੈ ਲਓ ਜਾਂ ਤੁਸੀਂ ਕਿਸੇ ਪਾਰਟੀ ਨੂੰ ਸਪੋਰਟ ਕਰ ਦਿਓ? ਅਸੀਂ ਤਾਂ ਸਾਰੀਆਂ ਪਾਰਟੀਆਂ ਤੋਂ, ਸਾਰੇ ਸ਼ਹਿਰ ਨਿਵਾਸੀਆਂ ਤੋਂ, ਸਾਰੀਆਂ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਤੋਂ ਵੀ ਸਹਿਯੋਗ ਦੀ ਮੰਗ ਕਰਦੇ ਹਾਂ ਕਿ ਜੇ ਸਾਡਾ ਮਿਸ਼ਨ ਸਹੀ ਆ, ਤੁਸੀਂ ਸਮਝਦੇ ਹੋ, ਤਾਂ ਸਾਰੇ ਸਾਡਾ ਸਾਥ ਦਿਓ। ਤਾਂ ਸਾਰੇ ਲਹਿਰੇ ਦਾ ਕੰਮ ਹੈ, ਇਹ ਸਾਡੇ ਦਾ ਇਕੱਲੇ ਦਾ ਕੰਮ ਹੀ ਕੋਈ ਨਹੀਂ। ਤੁਸੀਂ ਮਿਸ਼ਨ ਵੱਲੋਂ ਕਿਸੇ ਪਾਰਟੀ ਨੂੰ ਕਰ ਸਕਦੇ ਹੋ? ਕੋਈ ਪੋਲੀਟੀਕਲ ਪਾਰਟੀ ਨਾਲ ਤੁਸੀਂ ਜਾਣ ਦੀ ਸੋਚ ਸਕਦੇ ਹੋ ਕਿਸੇ? ਨਹੀਂ, ਇਹ ਬਿਲਕੁਲ ਗੈਰ ਰਾਜਨੀਤਿਕ ਹੈ। ਇਹ ਕੋਈ ਰਾਜਨੀਤੀ ਨਾਲ ਇਹਦਾ ਤਾਲੁਕ ਨਹੀਂ। ਔਰ ਜਿਸ ਤਰ੍ਹਾਂ ਦੇ ਹੁਣ ਹੱਥਕੰਡੇ, ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਜੋ ਸਾਡੇ ਕੈਂਡੀਡੇਟਾਂ ਨੂੰ, ਸਾਨੂੰ ਜੋ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਮੈਂ ਇਹ ਵੀ ਕਹਿੰਦਾ ਜੇ ਸਾਡਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ, ਇਹਦੀ ਨੁਕਸਾਨ ਦੀ ਜ਼ਿੰਮੇਵਾਰ ਮੈਡਮ ਭੱਠਲ ਹੋਏਗੀ। ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਹੋਇਆ। 1993 'ਚ ਵੀ ਮੇਰੇ ਤੇ ਗੋਲੀ ਚੱਲੀ ਸੀ, ਉਸ ਸਮੇਂ ਬਚ ਗਏ, ਸਾਡੀ ਕਿਸਮਤ ਸੀ। ਉਹ ਵੀ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਹੀ ਚੱਲੀ ਸੀ। ਇਹਦੇ ਸੰਬੰਧੀ ਤੁਸੀਂ ਕੁਝ ਹਾਇਰ ਅਥਾਰਟੀ ਨੂੰ, ਪ੍ਰਸ਼ਾਸਨਿਕ ਤੌਰ ਤੇ ਰਿਟਨ ਦੇ ਵਿੱਚ ਦਿੱਤਾ ਵੀ? ਹਾਇਰ ਅਥਾਰਟੀ ਨੂੰ ਪੂਰਾ ਸੂਚਿਤ ਕੀਤਾ ਹੋਇਆ ਸਰ ਨੇ, ਕਿਉਂਕਿ ਹੁਣ ਸਾਡੇ ਵਰਕਰਾਂ ਨੂੰ ਇਸ ਤਰ੍ਹਾਂ ਨਾਲ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹੁਣ 12 ਨੰਬਰ ਵਾਰਡ ਦਾ ਕੈਂਡੀਡੇਟ ਸੀ, ਹੁਣ ਉੱਥੇ ਦਰਖਾਸਤ ਲੈ ਕੇ ਉਹਨੂੰ ਕਹਿੰਦੇ ਸਰੋਪਾ ਪਾ ਲਿਆ ਭਾਈ, ਉਹਨੂੰ ਆਪਦੇ ਕਬਜ਼ੇ 'ਚ ਕਰ ਲਿਆ। ਹੋਰ ਇੱਕ ਅੱਧਾ ਕੈਂਡੀਡੇਟ ਸੀ ਸਾਡਾ, ਉਹਨੂੰ ਭਜਾ ਲਿਆ। ਸੋ ਇਸ ਤਰ੍ਹਾਂ ਦੇ, ਇੱਥੋਂ ਤੱਕ ਕਿ ਬਿਜਲੀ ਬੋਰਡ ਦੇ ਐਕਸ਼ਨ ਐਸਡੀਓ ਉਹ ਛਾਪੇ ਮਾਰਦੇ ਫਿਰਦੇ ਆ, ਨਾਲੇ ਸਾਨੂੰ ਦੱਸ ਦਿੰਦੇ ਆ ਵੀ ਸਾਨੂੰ ਤਾਂ ਭੇਜਿਆ ਗਿਆ ਸੀ, ਕੀ ਕਰੀਏ। ਸੋ ਇਸ ਤਰ੍ਹਾਂ ਦੇ ਤੁਹਾਡੇ ਮੰਚ ਵੱਲੋਂ ਜਿਹੜੀ ਚੁਣਾਵੀ ਮੁਹਿੰਮ ਹੋਊਗੀ, ਕਿਸ ਤਰੀਕੇ ਨਾਲ ਇਹਨੂੰ ਪਕਾਉਂਗੇ? ਪੂਰੇ ਚੋਣ ਨਿਸ਼ਾਨ ਇੱਕ ਤਰ੍ਹਾਂ ਦੇ ਲਾਉਂਗੇ ਜਾਂ ਅਲੱਗ-ਅਲੱਗ ਹੋਣਗੇ? ਇਹ ਪ੍ਰਸ਼ਾਸਨ ਤੇ ਡਿਪੈਂਡ ਕਰਦਾ ਵੀ ਪ੍ਰਸ਼ਾਸਨ ਨੂੰ ਜੇ ਕਿਤੇ ਨੈਗੇਟਿਵ ਕਹਿਤਾ ਉਹਨਾਂ ਨੇ ਤਾਂ ਸਾਨੂੰ ਨਹੀਂ ਦੇਣਗੇ। ਸਾਡੀ ਤਾਂ ਜਦੋਂ ਸਾਰੇ ਕੈਂਡੀਡੇਟ ਅਸੀਂ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਆ, ਤਾਂ ਚਾਹੀਦਾ ਤਾਂ ਇਸ ਤਰ੍ਹਾਂ ਹੀ ਹੈ। ਜਦੋਂ ਅਸੀਂ ਵਿਕਾਸ ਮੰਚ ਤੇ ਹੈ, ਵਿਕਾਸ ਮੰਚ ਤੇ ਮਿਲ ਸਕਦਾ ਹੈ। ਅਸੀਂ ਜੇ ਪਹਿਲਾਂ ਇੱਕ ਵਾਰੀ ਆਪ ਵੱਲੋਂ ਤੇ ਖੜੇ ਕੀਤੀ ਸੀ, ਟੌਰ ਤੇ ਦਿੱਤਾ ਸੀ ਸਾਰਿਆਂ ਨੂੰ, ਸਾਰੇ ਕੈਂਡੀਡੇਟਾਂ ਨੂੰ ਟੌਰ ਤੇ ਚੋਣ ਨਿਸ਼ਾਨ ਦਿੱਤਾ ਸੀ। ਇਸ ਤਰ੍ਹਾਂ ਮਿਲ ਸਕਦਾ ਹੈ, ਪਰ ਉਹਦੇ 'ਚ ਅਸੀਂ ਬਿਲਕੁਲ ਲਿਖਾਂਗੇ ਵੀ ਅਸੀਂ ਬੇਨਤੀ ਵੀ ਕਰਾਂਗੇ, ਇੱਕੋ ਚੋਣ ਨਿਸ਼ਾਨ ਭਰਾਂਗੇ, ਕਿਉਂਕਿ ਇਹਦੀ ਤੈਅ ਨਹੀਂ, ਜੋ ਸਾਡੇ ਕੈਂਡੀਡੇਟ ਸਾਰੇ ਇਕੱਠੇ ਬੈਠੇ ਆ, ਤਾਂ ਅਸੀਂ ਸਾਰਿਆਂ ਨੇ ਇਕੱਠੇ ਇੱਕ ਚੋਣ ਨਿਸ਼ਾਨ ਭਰਨਾ ਹੈ। ਪ੍ਰਸ਼ਾਸਨ ਨੂੰ ਬੇਨਤੀ ਵੀ ਕਰਾਂਗੇ। ਬਾਕੀ ਹੁਣ ਇਹ ਵੀ ਤੁਸੀਂ ਜਾਣਦੇ ਆ ਵੀ ਕਿਵੇਂ ਫਾਈਟ ਤਾਂ ਸਾਡੇ ਨਾਲ ਹੀ ਆ, ਤੇ ਦਿੰਦੇ ਨੇ ਨਹੀਂ ਦਿੰਦੇ, ਹੁਣ ਪ੍ਰਸ਼ਾਸਨ। ਸਭ ਲਹਿਰਾ ਗਾਂਧੀ ਦੀ ਅਫਸਰ ਲੌਬੀ ਲੈ ਕੇ ਕੀ ਕਹਿਣਾ ਚਾਹੁੰਦੇ? ਮੈਂ ਅਫਸਰ ਲੌਬੀ ਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਰਾਹੀਂ ਕਿ ਇਹਨਾਂ ਦੇ ਕਿਸੇ ਦੇ ਵੀ ਹੱਥ ਟੋਕੇ ਨਾ ਮੰਨ, ਸਹੀ ਕੰਮ ਕਰਨ, ਕਿਉਂਕਿ ਸਰਕਾਰਾਂ ਵੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਭੁਗਤਣੀ ਫਿਰ ਅਫਸਰਾਂ ਨੂੰ ਪੈ ਜਾਂਦੀ ਹੈ। ਸਟੇਟ ਦੇ ਲੀਡਰ ਨੂੰ ਕੀ ਚੋਣਾਂ ਦੇ ਵਿੱਚ ਇਹੋ ਜਿਹੀ ਭੂਮਿਕਾ ਨਿਭਾਉਣੀ ਚਾਹੀਦੀ ਹੈ? ਬਿਲਕੁਲ ਨਹੀਂ ਨਿਭਾਉਣੀ ਚਾਹੀਦੀ। ਜੇ ਉਹ ਚੋਣਾਂ 'ਚ ਹਿੱਸਾ ਲੈਂਦਾ ਤਾਂ ਉਹ ਆਪਣੇ ਕੱਦ ਨੂੰ ਉੱਚਾ ਕਰਦਾ ਹੈਗਾ ਜਾਂ ਨੀਵਾਂ? ਬਿਲਕੁਲ ਇਹ ਤਾਂ ਨੀਵਾਂ ਹੀ ਹੁੰਦਾ। ਦੇਖੋ, ਐਡੇ ਵੱਡੇ ਕਿਸੇ ਆਗੂ ਨੂੰ ਇਹ ਛੋਟੇ ਜਿਹੇ ਇਲੈਕਸ਼ਨ ਦੇ ਵਿੱਚ ਕੋਈ ਮਤਲਬ ਨਹੀਂ ਹੈ। ਭਾਈਚਾਰਕ ਇਲੈਕਸ਼ਨ ਹੈ ਇਹ ਤਾਂ ਕੋਈ 2022 ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਆਪਣਾ ਪਲੇਟਫਾਰਮ ਤਿਆਰ ਕੀਤਾ ਜਾ ਰਿਹਾ ਜਾਂ ਦੂਜੀਆਂ ਪਾਰਟੀਆਂ ਦੇ ਵਿੱਚ ਜਾਣ ਦੀ ਵੀ ਕੋਈ ਤਿਆਰੀ ਕਰੇਗੀ? ਨਹੀਂ, ਪਲੇਟਫਾਰਮ ਤਾਂ ਸਾਡਾ ਦੇਖੋ, ਤੁਸੀਂ 1985 ਤੋਂ ਜਿਹੜਾ ਚੱਲ ਰਿਹਾ ਪਲੇਟਫਾਰਮ ਦਾ ਚੱਲ ਰਿਹਾ। ਜਿਵੇਂ ਪਹਿਲਾਂ ਕਾਂਗਰਸ 'ਚ ਸੀਗੇ, ਪਹਿਲਾਂ 2022 ਦੀ ਤਿਆਰੀ ਹੈ ਜੀ। ਹੁਣ ਅਗਲਾ ਕੀ ਹੈ? ਹਾਲੇ ਦੇਖੋ, ਅਗਲੇ ਮਿਸ਼ਨ ਦੀ ਤਾਂ ਗੱਲ ਹੈ ਹੀ ਨਹੀਂ। ਹਾਲੇ ਤੱਕ ਸਿਰਫ ਤੇ ਸਿਰਫ ਚਰਚਾ ਹੈ ਵੀ ਜਿਹੜੇ ਵਰਿੰਦਰ ਵਕੀਲ ਜੀ ਹੈ, ਉਹ ਸ਼ਹਿਰ ਦੇ ਵਿੱਚ ਆਪਣਾ ਵਜਨ ਤੋਲਣਾ ਚਾਹ ਰਹੇ ਨੇ, ਸਾਰੇ ਵਾਰਡਾਂ ਦੇ ਵਿੱਚ ਬੰਦੇ ਖੜੇ ਕਰਕੇ। ਉਹ ਇੱਕੇ ਦੇਖਣਾ ਚਾਹੁੰਦੇ ਵੀ ਤਾਂ ਕਿ ਅਗਲੀ ਜਿਹੜੀ ਐਮਐਲਏ ਦੀ ਟਿਕਟ ਹੈ ਇਸ ਹਲਕੇ ਤੇ ਉਹਨਾਂ ਦੀ ਤਕਲੀਫ ਹੋ ਜਾਵੇ। ਦੇਖੋ, ਕੋਈ ਵੀ ਪਾਰਟੀ ਨੂੰ ਸਰਕਾਰ ਨਾਲ ਲੈ ਕੇ ਜਾਵੇ ਵੀ ਉਹਨਾਂ ਦਾ ਇੰਨਾ ਹੋਊਗਾ। ਵਜਨ ਜੋ ਹੈ ਨਾ, ਉਹ ਵਜਨ ਲੋਕ ਬਣਾਉਂਦੇ ਨੇ।
ਤੁਹਾਨੂੰ ਆਪਣੇ ਲੋਕਾਂ ਦੇ ਵਿਸ਼ਵਾਸ ਪੂਰਨ ਵਿਸ਼ਵਾਸ ਹੈ ਮੈਨੂੰ ਵੀ ਜਦੋਂ ਲੋਕਾਂ ਨੂੰ ਕਦੀ ਸੱਦਾ ਦਿੱਤਾ ਹੈ ਤਾਂ ਕਦੇ ਲੋਕਾਂ ਨੇ ਸਾਨੂੰ ਨਿਰਾਸ਼ ਨਹੀਂ ਕੀਤਾ। ਮੈਨੂੰ ਇਸ ਚੀਜ਼ ਦਾ ਵਿਸ਼ਵਾਸ ਹੈ। ਕੀ ਕਹਿਣਾ ਚਾਹੁੰਦੇ ਹੋ ਮਾਈਕ ਆਨ ਕੀ ਕਹਿਣਾ ਚਾਹੁੰਦੇ ਹੋ ਅੱਜ ਵਰਿੰਦਰ ਗੋਇਲ ਜੀ ਪ੍ਰੈਸ ਕਾਨਫਰੰਸ ਕਰਕੇ ਆਜ਼ਾਦ ਬਿਲਕੁਲ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਜੋ ਸਾਡੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਮਿਸ਼ਨ ਲੈ ਕੇ ਚੱਲੇ ਨੇ, ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਦੇ ਇਸ ਮਿਸ਼ਨ ਦੇ ਨੂੰ ਪੂਰਾ ਕਰਨ ਦੇ ਵਿੱਚ ਪੂਰਾ ਸਾਥ ਦੇਣਾ ਚਾਹੀਦਾ। ਸਾਨੂੰ ਸਾਰਿਆਂ ਨੂੰ, ਵੋਟਰਾਂ ਨੂੰ ਵੀ, ਉਮੀਦਵਾਰਾਂ ਨੂੰ ਵੀ। ਉਮੀਦਵਾਰਾਂ ਨੇ ਵੀ ਜੋ ਉਹਨਾਂ ਨਾਲ ਵਾਅਦੇ ਕੀਤੇ ਨੇ ਕਿ ਅਸੀਂ ਬਿਲਕੁਲ ਦਰ 'ਤੇ ਸੇਵਾ ਪਹੁੰਚਾਵਾਂਗੇ, ਸਕੀਮਾਂ ਦਾ ਲਾਭ ਉਹਨਾਂ ਦੇ ਦਰ 'ਤੇ ਪਹੁੰਚਦਾ ਕਰਾਂਗੇ, ਤਾਂ ਬਿਲਕੁਲ ਉਹਨਾਂ ਵਾਅਦਿਆਂ 'ਤੇ ਖਰੇ ਉਤਰਨਾ ਚਾਹੀਦਾ। ਤੇ ਵੋਟਰਾਂ ਨੂੰ ਵੀ ਚਾਹੀਦਾ ਕਿ ਉਹ ਕਿਸੇ ਵੀ ਲਾਲਚ ਤੋਂ ਪਰੇ ਹੋ ਕੇ ਵੋਟ ਨਾ ਪਾਣ, ਪਰੇ ਹੋ ਕੇ ਵੋਟ ਪਾਣ। ਤੇ ਸਾਡੇ ਉਮੀਦਵਾਰਾਂ ਨੂੰ ਜਿਹੜੇ ਕਿ ਬੜੇ ਹੀ ਸੋਚ ਸਮਝ ਕੇ ਪੜ੍ਹੇ ਲਿਖੇ ਸੂਝਵਾਨ ਉਮੀਦਵਾਰ ਉਤਾਰੇ ਗਏ ਨੇ ਮੈਦਾਨ ਦੇ ਵਿੱਚ, ਤਾਂ ਉਹਨਾਂ ਨੂੰ ਹੀ ਵੋਟ ਪਾ ਕੇ ਕਾਮਯਾਬ ਕਰਨ, ਤਾਂ ਜੋ ਇਹਨਾਂ ਦਾ ਇਮਾਨਦਾਰੀ ਤੇ ਮਿਹਨਤ ਦੇ ਨਾਲ ਕੀਤਾ ਹੋਇਆ ਕੰਮ ਹੈ, ਜੋ ਜਿਸ ਮਿਸ਼ਨ ਨੂੰ ਲੈ ਕੇ ਚੱਲ ਰਹੇ ਨੇ, ਤਾਂ ਉਹਦੇ ਵਿੱਚ ਇਹਨਾਂ ਨੂੰ ਕਾਮਯਾਬੀ ਹਾਸਲ ਹੋਵੇ ਤੇ ਸ਼ਹਿਰ ਦਾ ਸਰਵਪੱਖੀ ਵਿਕਾਸ ਹੈ ਜਿਹੜਾ ਉਹ ਪੂਰਾ ਹੋ ਸਕੇ। ਗੁਰੀ ਚਹਿਲ ਜੀ। ਇਹ ਜੋ ਵਰਿੰਦਰ ਗੋਇਲ ਜੀ ਨਾਲ ਅਸੀਂ ਖੜੇ ਹਾਂ, ਉਹਨਾਂ ਦੀ ਜੋ ਨੀਤੀ ਹੈ ਉਹਨੂੰ ਸਾਫ਼ ਮੰਨ ਕੇ ਅਸੀਂ ਖੜੇ ਹਾਂ ਤੇ ਜੋ ਅਸੀਂ ਵਾਰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਜੋ ਗੋਇਲ ਸਾਹਿਬ ਨੇ, ਜੇਕਰ ਅਸੀਂ ਕੰਮ ਨਹੀਂ ਕਰਦੇ ਤਾਂ ਅਸੀਂ ਉਹਨਾਂ ਦੇ ਦਬਾਅ ਹੇਠ ਨਹੀਂ, ਅਸੀਂ ਆਪਣੇ ਆਪ ਉਹਨਾਂ ਨੂੰ ਅਸਤੀਫਾ ਲਿਖ ਕੇ ਭੇਜ ਦਾਂਗੇ। ਕਿਉਂਕਿ ਇਹਨਾਂ ਨੇ ਇੱਕ ਸ਼ਹਿਰ ਦੀ ਇਲੈਕਸ਼ਨ ਦੀ ਚੋਣ ਲੜਨੀ ਹੈ, ਕੋਈ ਬਹੁਤ ਹੀ ਵੱਡੀ ਇਲੈਕਸ਼ਨ ਨਹੀਂ ਹੁੰਦੀ, ਇਹ ਆਪਣੇ ਆਮ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ। ਇੱਥੇ ਪਾਰਟੀਬਾਜ਼ੀ ਨੂੰ ਇਹ ਲੋਕ ਤਰਜੀਹ ਦਿੰਦੇ ਨੇ ਜਦੋਂ, ਤਾਂ ਇਸ ਕਰਕੇ ਗੋਇਲ ਸਾਹਿਬ ਨੇ ਇਹ ਇੱਕ ਆਪਦਾ ਫਰੰਟ ਖੜਾ ਕੀਤਾ, ਜੋ ਭਾਈਚਾਰਕ ਸਾਂਝ ਦਾ ਫਰੰਟ ਹੈ, ਉਸ ਨੂੰ ਅੱਗੇ ਵਧਾਉਂਦੇ ਹੋਏ ਹੁਣ ਲੋਕਾਂ ਨੇ ਦੇਖਣਾ ਭਾਈਚਾਰਕ ਨੂੰ ਤੁਸੀਂ ਅੱਗੇ ਤਰਜੀਹ ਦਿੰਦੇ ਹੋ ਜਾਂ ਪਾਰਟੀਬਾਜ਼ੀ ਨੂੰ। ਅਸੀਂ ਗੋਇਲ ਸਾਹਿਬ ਨਾਲ ਦਿਲੋਂ ਖੜੇ ਹਾਂ, ਜੇਕਰ ਅਸੀਂ ਕੰਮ ਨਹੀਂ ਕਰਾਂਗੇ ਤਾਂ ਅਸੀਂ ਅਸਤੀਫੇ ਦੇ ਦਾਂਗੇ।